वाहिगुरू जी का खालसा वाहिगुरू जी की फतेह। पिछले लम्मे समय तो 1984 तो बाद जद सचखंड श्री हरमंदर साहब नूं टैंकां ते तोपां दे नाल ढाया गया और दिल्ली दे विच उन्हां बेकसूरे सिखां दे उत्ते उन्हां नूं मौत दे घाट उतारिया गया। उस सिख तड़फ नूं महसूस करते हुए बहुत सारे जिहड़े साडे नौजवान वीर सगे वो इस संघर्ष दे विच सरगर्म होए, जिन्हां दा कोई जाति हित नहीं सी, ना किसी ना कोई निजी दुश्मनी सी, पर क्योंकि बहुत बड़ा एक हमला सी सचखंड श्री दरबार साहब ते इस आज़ाद भारत दे विच, ते उस दर्द नूं महसूस करते हुए बहुत सारे नौजवान साडे कुछ झूठे केसां दे विच वो सारे नजायज़ फसा के अदालतां परों उन्हां नूं किसी नूं उम्र कैद किसी नूं फांसी की सज़ा दित्ती गई। उन्हां दे विच साडे लगभग 22 सिख कैदी जिन्हां दे विच 9 वो आ ਜਿਹੜੇ 25 ਤੋਂ ਲੈ ਕੇ 32-33 ਸਾਲ ਦੀ कैद ਦੇ ਵਿੱਚ ਬੰਦ ਪਏ ਆ ਔਰ ਸਮੁੱਚੇ ਪੰਥ ਨੇ ਵੱਖ-ਵੱਖ ਰੂਪਾਂ ਦੇ ਵਿੱਚ ਆਪਣੇ ਯਤਨ ਵੀ ਕੀਤੇ। ਪਹਿਲਾਂ ਵੀ ਇਹਦੇ ਲਈ ਯਤਨ ਆਰੰਭੇ ਗਏ ਸੀ ਤੇ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਲਈ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਪਟੀਸ਼ਨ ਵੀ ਪਾ ਕੇ ਆਏ ਸੀ। ਤੇ ਫਿਰ ਜਦੋਂ ਪਿੱਛੇ ਸਾਹਿਬਾਂ ਦਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਵਿੱਤਰ ਪ੍ਰਕਾਸ਼ ਦਿਹਾੜਾ 550 ਸਾਲਾ ਆਇਆ ਤੇ ਸਾਡੇ ਲਗਭਗ 7 ਜੁਝਾਰੂ ਵੀਰਾਂ ਨੂੰ ਰਿਹਾ ਕਰਨ ਦਾ ਕੇਂਦਰ ਦੀ ਸਰਕਾਰ ਨੇ ਅਨਾਉਂਸ ਕੀਤਾ ਸੀ ਔਰ ਉਹਨਾਂ ਦੇ ਵਿੱਚੋਂ ਹਾਲੇ ਬਹੁਤ ਸਾਰੇ ਅੰਦਰੇ ਬੈਠੇ ਆ ਤੇ ਜਿਹਦੇ ਦਰਦ ਨੂੰ ਮਹਿਸੂਸ ਕਰਕੇ ਸਮੁੱਚੇ ਪੰਥ ਨੇ ਇੱਕ ਫੈਸਲਾ ਲਿਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਦੀ ਉਸ ਹਦਾਇਤ ਦੇ ਤਹਿਤ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨੇ ਹਦਾਇਤ ਕੀਤੀ ਸੀ ਕਿ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਸਾਂਝੀ ਕਮੇਟੀ ਬਣਾਈ ਜਾਵੇ ਜਿਹੜੀ ਇਹਨਾਂ ਦੇ ਰਿਹਾ कराने का भी यतन करे तो ਵੱਖ-ਵੱਖ तौर पर चाहे वह कानून का पहलू आ तो चाहे कोई होर रास्ता अख्तियार करना पवे वो करे। सो श्रोमणी गुरुद्वारा प्रबंधक कमेटी ने ये अज की मीटिंग का सद्दा दिता सी सारे समुचे पंथ नूं, होका भी दिता सी, कुछ तो सारिਆਂ ਨੂੰ सद्दे पत्र भी भेजे गए, कुछ जिहड़े सी वो सद्दे पत्र तो बगैर भी खुला नींदा दिता गया सी कि सारे इत्थे आके एकत्र होण। मैनू खुशी आ कि श्रोमणी अकाली दल की समुची कोर कमेटी, श्रोमणी अकाली दल के प्रधान साहब, उन्हां दे नाल श्रोमणी अकाली दल अमृतसर के प्रधान साहब, उन्हां दे नाल पंथ की वड्डी धिर साडी दमदमी टकसाल के मुखी संत बाबा हरनाम सिंह जी, उन्हां तो इलावा साडे निहंग सिंघां दीआं सिरमौर जथेबंदियां जिन्हां दे विच बुढ़ा दल साडे सिखां दी जिहड़ी मुंडले निहंग सिंघां दी सिरमौर जथेबंदी, उन्हां दे विच साडे बाबा बिधी चंद जी सुर सिंह वाले उन्हां दी जथेबंदी, जिंदा शहीद संत बाबा निहाल सिंह जी हरियां बेलां वालियां दी जथेबंदी, बाबा गजन सिंह जी तरना दल ते होर भी सारियां जथेबंदियां इहदे विच आईयां। अचेचे तौर पर दिल्ली गुरुद्वारा प्रबंधक कमेटी के प्रधान साहब, उन्हां दे नाल सरदार परमजीत सिंह जी सरना साबका दिल्ली के प्रधान, उन्हां दे नाल सरदार मनजीत सिंह जी जीके जिहड़े साबका प्रधान आ दिल्ली गुरुद्वारा प्रबंधक कमेटी के, उन्हां दे नाल बाबा बलजीत सिंह जी दादूवाल,
ਹੋਰ ਵੀ ਸਾਰੇ ਮਹਾਂਪੁਰਸ਼, ਕਾਰ ਸੇਵਾ ਵਾਲੇ ਮਹਾਂਪੁਰਸ਼, ਉਹਨਾਂ ਦੇ ਨਾਲ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਸ਼ ਔਰ ਹੋਰ ਵੀ ਸਾਰੀਆਂ ਜਥੇਬੰਦੀਆਂ ਅਚੇਚੇ ਤੌਰ ਤੇ ਅੱਜ ਇੱਥੇ ਹਾਜ਼ਰੀ ਭਰ ਲਈ ਪਹੁੰਚੀਆਂ ਔਰ ਸਾਰਿਆਂ ਨੇ ਇੱਕ ਸੁਰਤਾ ਦੇ ਨਾਲ ਸਾਰੇ ਮਤਭੇਦ ਭੁਲਾ ਕੇ ਇਹ ਫੈਸਲਾ ਕੀਤਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰਾ ਇਹਨਾਂ ਨੂੰ ਲੀਡ ਕਰਨਗੇ ਇਕੱਠੇ ਹੋ ਕੇ, ਤੇ ਉਹਦੇ ਤਹਿਤ ਜਿਹੜਾ ਇਹ ਸੰਘਰਸ਼ ਆਰੰਭਿਆ ਜਾਵੇ। ਉਹਦੇ ਵਿੱਚ ਸਾਡੇ ਅੱਜ 3 ਮਤੇ ਵੀ ਪੇਸ਼ ਹੋਏ ਆ, ਜਿਨ੍ਹਾਂ ਮਤਿਆਂ ਦੇ ਵਿੱਚ ਸਰਦਾਰ ਕਰਨੈਲ ਸਿੰਘ ਜੀ ਪੰਜੌਲੀ ਜਨਰਲ ਸਕੱਤਰ ਸਾਹਿਬ, ਉਹਨਾਂ ਨੇ ਮਤਾ ਜਿਹੜਾ, ਕਿਉਂਕਿ ਸਿੱਖਾਂ ਦੀਆਂ 1947 ਤੋਂ ਪਹਿਲਾਂ ਵੀ ਬਹੁਤ ਵੱਡੀਆਂ ਦੇਣਾ ਆ ਇਸ ਮੁਲਕ ਨੂੰ, ਜੇ ਕੁਰਬਾਨੀਆਂ ਦੀ ਗੱਲ ਕਰ ਲਵਾਂ, ਫਾਂਸੀਆਂ ਦੀ ਗੱਲ ਕਰ ਲਵਾਂ, ਤੇ ਉਹ ਮਤਾ ਪੇਸ਼ ਹੋਇਆ। ਉਸ ਮਤੇ ਦੇ ਤਹਿਤ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਵੀ ਤੇ ਉਹਨਾਂ ਮਹਾਨ ਸਾਡੇ ਸਿੱਖ ਕੈਦੀਆਂ ਪ੍ਰਤੀ ਵੱਖ-ਵੱਖ ਸਾਡੇ ਜਿਹੜੀਆਂ ਕੌਂਸਟੀਟਿਊਸ਼ਨਲ ਪੋਸਟ, ਚਾਹੇ ਪ੍ਰੈਜ਼ੀਡੈਂਟ ਆਫ ਇੰਡੀਆ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਹੋਮ ਮਿਨਿਸਟਰ, ਉਹਨਾਂ ਸਾਰਿਆਂ ਨੂੰ ਵਫਦਾਂ ਦੇ ਰੂਪ ਦੇ ਵਿੱਚ, ਚਾਹੇ ਉਹ ਗਵਰਨਰ ਹੋਣ, ਵਫਦਾਂ ਦੇ ਰੂਪ ਦੇ ਵਿੱਚ ਮਿਲਿਆ ਜਾਊਗਾ। ਉਹ ਤੋਂ ਇਲਾਵਾ ਜੇ ਇੱਕ ਸੁਰਤਾ ਦੇ ਨਾਲ ਇਹ ਸਾਰਾ ਕਾਰਜ ਨੇਪੜੇ ਚੜ੍ਹ ਜਾਏ ਤੇ ਬਹੁਤ ਵਧੀਆ, ਨਹੀਂ ਤਾਂ ਫਿਰ ਅਗਲਾ ਜਿਹੜਾ ਸੰਘਰਸ਼ ਉਹ ਸਾਰਾ ਰਲ ਮਿਲ ਕੇ ਜਿਹੜੀ ਕਮੇਟੀ ਆ ਉਹਦਾ ਅਨਾਉਂਸ ਕਰੂਗੀ। ਦੂਜਾ ਮਤਾ ਜਿਹੜਾ ਸਾਡਾ ਉਹ ਪੇਸ਼ ਕੀਤਾ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ ਸਾਹਿਬ ਨੇ, ਜਿਹਦੇ ਵਿੱਚ ਸਮੁੱਚੇ ਤੌਰ ਤੇ MP ਸਾਹਿਬਾਨ, ਚਾਹੇ ਕਿਸੇ ਪਾਰਟੀ ਨਾਲ ਵੀ ਸੰਬੰਧਿਤ ਆ, ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਸਾਰੇ ਮੈਂਬਰ ਪਾਰਲੀਮੈਂਟ ਇੱਕ ਥਾਂ ਇਕੱਤਰ ਹੋ ਕੇ ਉਹਨਾਂ ਸਿੱਖ ਨਜ਼ਰਬੰਦਾਂ ਦੀ ਰਿਹਾਈ ਦਾ ਜਿਹੜਾ ਆ ਉਹ ਯਤਨ ਕਰੋ, ਚਾਹੇ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਪਵੇ, ਚਾਹੇ ਹੋਰ ਹੋਮ ਮਿਨਿਸਟਰ ਸਾਹਿਬ ਨੂੰ ਮਿਲਣਾ ਪਵੇ। ਇਸੇ ਤਰ੍ਹਾਂ ਇੱਕ ਮਤਾ ਤੀਸਰਾ ਜਿਹੜਾ ਸਰਦਾਰ ਸੁਰਿੰਦਰ ਸਿੰਘ ਜੀ ਸਾਡੇ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਵੱਲੋਂ ਪੇਸ਼ ਕੀਤਾ ਗਿਆ। ਉਹਦੇ ਵਿੱਚ ਇਹ ਸੀ ਵੀ ਸੂਬਿਆਂ ਦੇ ਪ੍ਰਧਾਨਾਂ, ਗਵਰਨਰਸ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਮਿਲਣ ਤੋਂ ਬਾਅਦ ਜੇ ਫਿਰ ਵੀ ਕੋਈ ਹੱਲ ਨਹੀਂ ਨਿਕਲਦਾ ਤੇ ਫਿਰ ਪੰਥਕ ਇਕੱਠ ਮਜਬੂਰ ਹੋਊਗਾ ਕੋਈ ਹੋਰ ਤਿੱਖਾ ਸੰਘਰਸ਼ ਵਿੱਢਣ ਲਈ। ਸੋ ਇਹ ਅੱਜ ਦੇ ਸਾਡੇ ਸਮੁੱਚੇ ਤੌਰ ਤੇ ਸਮੁੱਚੇ ਪੰਥ ਨੇ, ਬਹੁਤ ਸਾਰੇ ਮਹਾਂਪੁਰਸ਼ ਜਿਨ੍ਹਾਂ ਦੇ ਹੁਣ ਇੱਥੇ ਮੈਂ ਨਾਂ ਨਹੀਂ ਦੱਸ ਸਕਦਾ, ਉਹ ਆਪਣੇ ਚੇਚੇ ਤੌਰ ਦੇ ਉੱਤੇ ਬਹੁਤ ਸਾਰੇ ਹਾਜ਼ਰ ਹੋਏ, ਤੇ ਜਿਹੜੇ ਕੋਈ ਹਾਜ਼ਰ ਨਹੀਂ ਵੀ ਹੋਏ ਉਹਨਾਂ ਵੱਲੋਂ ਵੀ ਟੈਲੀਫੋਨਾਂ 'ਤੇ ਵੀ ਸੁਨੇਹਾ ਰਾਹੀਂ ਵੀ ਉਹ ਕਿਹਾ ਗਿਆ ਕਿ ਅਸੀਂ ਤੁਹਾਡੇ ਨਾਲ ਹਾਂ ਤੇ ਤਕੜੇ ਹੋ ਕੇ, ਕਿਉਂਕਿ ਕੌਮੀ ਮਸਲਾ ਸਾਡਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਡਾਇਰੈਕਸ਼ਨ ਆ ਤੇ ਉਹਦੇ ਤਹਿਤ ਇਹਨੂੰ ਆਪਾਂ ਹੱਲ ਕਰਨ ਲਈ ਸਿਰ ਤੋੜ ਯਤਨ ਕਰੀਏ। ਸੋ ਮੈਂ ਸਮਝਦਾ ਅੱਜ ਇੱਕ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾਂ ਮੁੱਖ ਸੇਵਾਦਾਰ ਸੀ, ਪੰਥ ਨੇ ਇੱਕ ਬੋਝ ਹੋਰ ਜ਼ਿਆਦਾ ਪਾਤਾ ਕਿ ਸਮੁੱਚੇ ਤੌਰ ਤੇ ਸਾਰੇ ਪੰਥ ਨੇ ਇਕੱਤਰ ਹੋ ਕੇ ਜਿਹੜਾ, ਇਹ ਮੈਨੂੰ ਖੁਸ਼ੀ ਆ। ਔਰ ਉਹਨਾਂ ਮਹਾਨ ਸਿੱਖ ਕੈਦੀਆਂ ਨੂੰ ਜਿਹੜੇ ਨਿੱਜ ਕਰਕੇ ਅੰਦਰ ਨਹੀਂ ਗਏ, ਮੈਂ ਸਮਝਦਾ ਇਹ ਵੀ ਸਬੱਬ ਬਣਿਆ ਕਿ ਉਹਨਾਂ ਦੀ ਰਿਹਾਈ ਦੇ ਲਈ ਅੱਜ ਪੰਥ ਨੇ ਇਕਜੁੱਟਤਾ ਜਿਹੜੀ ਹੈ, ਇੱਕ ਜੁਟਤਾ ਹੋ ਕੇ ਦਿਖਾ ਲਈ ਆ। ਸੋ ਇਸ ਗੱਲ ਦੀ ਮੈਂ ਇਹਨਾਂ ਜਥੇਬੰਦੀਆਂ ਦੀ ਪ੍ਰਸ਼ੰਸਾ ਵੀ ਕਰਦਾ ਤੇ ਤਵੱਕੋਂ ਵੀ ਰੱਖਦਾ ਕਿ ਜਿਹੜੇ ਅਗਲੇ, ਕਿਉਂਕਿ ਅੱਜ ਤਾਂ ਮੁੱਢਲੇ ਤੌਰ ਤੇ ਸੀ, ਜਿਹੜੇ ਅਗਲੇ ਹੁਣ ਸਾਡੇ ਪ੍ਰਸ਼ਨ ਆ ਉਹ ਗੰਭੀਰ ਵੀ ਹੋਣਗੇ, ਚਿੰਤਾਤੁਰ ਵੀ ਹੋਣਗੇ, ਪਰ ਖਾਲਸਾ ਪੰਥ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੂਗਾ। ਸੋ ਇੰਨੀ ਕੁ ਬੇਨਤੀ ਸੀ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮੇਟੀ ਬਣਾ ਲੈਂਦੇ ਹਾਂ। ਟਾਈਮ ਬਾਉਂਡ ਰਹੇਗਾ ਜੀ ਕਿ ਕੋਈ ਉਹਦਾ ਟਾਈਮ ਦਿੱਤਾ ਜੀ? ਚਲੋ ਅਸੀਂ ਤਾਂ ਹੁਣ ਸਿਹਰਦੇ ਰਹਿਣਾ ਇਸੇ ਕੰਮ ਲਈ ਤੇ ਦਿਵਾਲੇ ਹੀ ਰਵਾਂਗੇ। ਜਿਹੜੀ ਕਮੇਟੀ ਹੈ, ਜਿਹੜੇ ਜਨਰਲ ਹੈ, ਇਹ ਪੂਰ ਅਮਨ ਤੇ ਹਾਂ ਅਸੀਂ ਵਫਦ ਦੇ ਤੌਰ ਦੇ ਉੱਤੇ ਵੀ ਸ਼ਾਂਤਮਈ ਤੇ ਦੂਸਰੇ ਪੱਖ ਤੋਂ ਵੀ ਅਸੀਂ, ਕਿਉਂਕਿ ਡੈਮੋਕ੍ਰੇਸੀ ਆ, ਹਰ ਇੱਕ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਪੂਰਾ ਅਧਿਕਾਰ ਆ, ਤੇ ਸ਼ਾਂਤਮਈ ਕਰਾਂਗੇ ਸਾਰਾ। ਕਮੇਟੀ ਨੇ ਅੱਜ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਕੀਤੀਆਂ ਜੀ, ਬੜਾ ਵਧੀਆ ਹੁਕਮ ਹੈ।
ਪਰ ਜਿਹੜੀਆਂ ਸੰਸਥਾਵਾਂ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਵਾਸਤੇ ਸੰਘਰਸ਼ ਕਰ ਰਹੀਆਂ ਸੀ ਰਿਹਾਈ ਵਾਸਤੇ, ਉਹ ਅੱਜ ਸ਼ਾਮਲ ਨਹੀਂ ਹੋ ਸਕੀਆਂ ਜਾਂ ਉਹਨਾਂ ਨੂੰ ਸੱਦਾ ਨਹੀਂ ਮਿਲਿਆ ਜੀ। ਨਹੀਂ, ਉਹ ਵੀ ਆਈਆਂ ਅੱਜ। ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਉਹ ਵੀ ਇੱਕ ਸਾਡੇ ਕੋਲ ਆਏ ਆ। ਫਿਰ ਸਰਦਾਰ ਜੰਗ ਸਿੰਘ ਜਿਹੜੇ ਲੰਬੇ ਅਰਸੇ ਤੋਂ ਲੁਧਿਆਣੇ ਤੋਂ ਉਹਨਾਂ ਦੀ ਪੈਰਵਾਈ ਕਰਦਾ ਥਰੂ ਸ਼੍ਰੋਮਣੀ ਕਮੇਟੀ ਕਰਦੇ, ਉਹ ਵੀ ਆਏ ਆ। ਤੇ ਤਕਰੀਬਨ ਸਾਰੇ ਅੱਜ ਲਗਭਗ ਜਿੰਨੇ ਵੀ ਸੀਗੇ ਉਹ ਸਾਰੇ ਇੱਥੇ ਪਹੁੰਚੇ। ਸਾਡੀ ਵਫਦ ਵੱਲੋਂ ਜਿਹੜੇ ਪਰਿਵਾਰ ਨੇ ਬੰਦੀ ਸਿੰਘਾਂ ਦੇ, ਉਹਨਾਂ ਨੂੰ ਵੀ ਮਿਲਿਆ ਜਾਊਗਾ, ਉਹਨਾਂ ਨੂੰ ਵੀ ਕੋਈ ਇਨਫੋਰਮੇਸ਼ਨ ਦਿੱਤਾ ਜਾਊਗਾ ਕਿ ਅਸੀਂ ਨਾਲ ਆ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਦੇਖੋ, ਜਿਹੜੇ ਕਿਉਂਕਿ ਨਾ ਉਹਨਾਂ ਨੂੰ ਸੱਦਿਆ ਨਹੀਂ ਗਿਆ ਸਰਪੰਚ ਦੇ ਵਿੱਚ, ਸਾਰਿਆਂ ਨੂੰ ਸੱਦਾ ਦਿੱਤਾ, ਪਰ ਆਏ ਨਹੀਂ। ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਅਸੀਂ ਜਾਤੀ ਤੌਰ ਤੇ ਫੇਰ ਮਿਲਾਂਗੇ ਜਾ ਕੇ। ਔਰ ਮੈਂ ਤੁਹਾਨੂੰ ਹੋਰ ਵੀ ਦੱਸ ਦਿਆਂ, ਜਿਹੜੇ ਵਿਚਾਰੇ 25 30 ਸਾਲ ਤੋਂ ਬਾਅਦ ਰਿਹਾ ਹੋ ਕੇ ਆਏ ਆ, ਉਹਨਾਂ ਦਾ ਅਸੀਂ ਮੁੱਲ ਤਾਂ ਨਹੀਂ ਦੇ ਸਕਦੇ, ਪਰ ਇੱਕ ਸਿਰਪਾ ਦੇ ਰੂਪ ਦੇ ਵਿੱਚ ਮਾਲੀ ਸਹਾਇਤਾ ਵੀ ਉਹਨਾਂ ਦੀ ਅਸੀਂ ਕਰ ਰਹੇ ਹਾਂ, ਤਾਂ ਕਿ ਉਹਨਾਂ ਨੂੰ ਇਹ ਅਹਿਸਾਸ ਨਾ ਹੋਵੇ ਕਿ ਸਿੱਖ ਪੰਥ ਨੇ ਸਾਨੂੰ ਵੇਸੜੇ ਕਰ ਦਿੱਤਾ। ਰਾਜੀ ਰਾਜ ਧਰੋਹ ਕਾਨੂੰਨ ਨੇ ਸੁਪਰੀਮ ਕੋਰਟ ਦੇ ਇੱਕ ਵੱਡਾ ਫੈਸਲਾ ਦਿੱਤਾ ਕਿ ਜਿਹੜੇ ਪੁਰਾਣੇ ਕੇਸ ਦਰਜ ਹੋਏ ਆ ਉਹਦੀ ਕਾਰਵਾਈ ਰੋਕੀ ਜਾਵੇ ਔਰ ਰਾਜ ਧਰੋਹ ਦਾ ਨਵਾਂ ਕੇਸ ਕੋਈ ਦਰਜ ਨਾ ਕੀਤਾ ਜਾਵੇ। ਇਹ ਬਹੁਤ ਚੰਗੀ ਗੱਲ ਹੈ ਜੀ, ਅਸੀਂ ਤਾਂ ਕਹਿੰਦੇ ਬਹੁਤ ਚੰਗੀ ਗੱਲ ਆ, ਕਿਉਂਕਿ ਅੰਧਾ ਧੁੰਦਾ ਹੀ ਬਲੂ ਸਟਾਰ ਤੋਂ ਬਾਅਦ ਕਦੇ ਟਾਡਾ ਲੱਗ ਗਈ, ਕਦੇ ਪੋਟਾ ਲੱਗ ਗਈ ਤੇ ਦੁਰਵਰਤੋਂ ਹੁੰਦੀ ਸੀ। ਤੇ ਦੇਸ਼ ਧਰੋਹ ਦਾ ਜਿਹੜਾ ਪਹਿਲਾਂ ਸਾਡੇ 124 153 ਇਹ ਆਈਪੀਸੀ ਦੀਆਂ ਸੈਕਸ਼ਨਸ ਆ, ਤੇ ਉਹਨਾਂ ਦੀ ਦੁਰਵਰਤੋਂ ਹੁੰਦੀ ਸੀ। ਤੇ ਮੈਂ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦੇ ਇਸ ਫੈਸਲੇ ਦਾ ਸਵਾਗਤ ਕਰਦਾ। ਬਹੁਤ ਚੰਗਾ ਕਦਮ ਜਿਹੜਾ ਪਹਿਲਾਂ ਹੋ ਜਾਣਾ ਚਾਹੀਦਾ ਸੀ, ਉਹਨਾਂ ਨੇ ਵਧੀਆ ਜੱਜਮੈਂਟ ਦਿੱਤੀ। ਪ੍ਰਧਾਨ ਜੀ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਐਫਰਟਸ ਹੋਈਆਂ, ਬੀਇੰਗ ਐਡਵੋਕੇਟ ਤੁਸੀਂ ਨਿਟੀ ਗ੍ਰਿਟੀ ਸਮਝਦੇ ਹੋ, ਕਿਉਂ ਨਹੀਂ ਪੂਰੀਆਂ ਹੋ ਪਾਈਆਂ? ਕਮੀ ਕਿੱਥੇ ਰਹਿ ਗਈ? ਦੇਖੋ, ਇੱਕ ਲੀਗਲ ਪ੍ਰੋਸੈਸ ਹੁੰਦਾ, ਜਿਸਲੇ ਬੰਦੇ ਨੂੰ ਕਿਸੇ ਨੂੰ ਉਮਰ ਕੈਦ ਹੋ ਜਾਂਦੀ ਆ, ਅੱਗੇ ਪਹਿਲਾਂ ਹੁੰਦੀ ਸੀ ਲਾਈਫ ਇੰਪ੍ਰਿਜ਼ਨਮੈਂਟ, ਉਹਨੂੰ ਅਸੀਂ ਮੁੱਖ ਤੌਰ ਤੇ 20 ਸਾਲ ਗਿਣਦੇ ਸੀ, ਛੁੱਟੀਆਂ ਪਾ ਕੇ 14 ਸਾਲਾਂ ਬਾਅਦ ਆ ਜਾਂਦੇ ਸੀ। ਜਿਹੜੇ ਕੋਈ ਅਪਰੋਚ ਵਾਲੇ ਸੀ ਉਹ 7-8 ਸਾਲ ਤੋਂ ਬਾਅਦ ਆ ਜਾਂਦੇ ਸੀ। ਉਹ ਤੋਂ ਬਾਅਦ ਫਿਰ ਇੱਕ ਚੱਲਿਆ ਭੇਤਾ ਜ਼ਿੰਦਗੀ, ਜਿੱਦਾਂ ਬਾਹਰ ਵਿਦੇਸ਼ਾਂ 'ਚ ਹੁੰਦੀ ਸੀ। ਪਰ ਇਹ ਸਾਡੇ ਜਿਹੜੇ ਆ, ਸਾਡੇ ਤਾਂ ਜਿੰਨੀ ਕੈਦ ਹੋਈ ਆ ਉਦੋਂ ਜ਼ਿਆਦਾ ਬਹੁਤ ਭੁਗਤ ਚੁੱਕੇ ਆ। ਤੇ ਇਸੇ ਕਰਦਾ ਸਾਡਾ ਸੰਘਰਸ਼ ਆ, ਸਾਨੂੰ ਕਰਨਾ ਪਿਆ। ਜੇ ਸਾਡੇ ਨਾਲ ਇਨਸਾਫ ਹੋਵੇ ਤਾਂ ਸਾਨੂੰ ਆ ਸੰਘਰਸ਼ ਕਰਨ ਦੀ ਲੋੜ ਨਹੀਂ ਸੀ ਪੈਣੀ। ਪੋਲੀਟੀਕਲ ਕੰਪਲਸ਼ਨ ਬਣ ਗਈ ਸੀ ਇਹ ਕੋਈ ਇੱਕ ਮੇਰੀ ਬੇਨਤੀ ਸੁਣ ਲਓ, ਪੋਲੀਟੀਕਲ ਕੋਈ ਕੰਪਲਸ਼ਨ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਾਹੇ ਬਿਫੋਰ ਪਾਰਟੀਸ਼ਨ ਚਾਹੇ ਆਫਟਰ ਪਾਰਟੀਸ਼ਨ ਦਾ ਸਾਰਾ ਸਮਾਂ ਦੇਖ ਲਓ, ਕਿਸੇ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿਊਮਨ ਰਾਈਟਸ ਦੇ ਵੀ ਆਪਣਾ ਜਦੋਜਹਿਦ ਕਰਦੀ ਰਹੀ ਹੈ। 84 ਤੋਂ ਪਹਿਲਾਂ ਧਰਮ ਯੁੱਧ ਮੋਰਚਾ ਚੱਲਦਾ ਸੀ, ਉਹਦੇ ਵਿੱਚ ਕਈ ਫੱਟੜ ਹੋ ਜਾਂਦੇ ਸੀ, ਕਈਆਂ ਦੀ ਵਿਚਾਰਿਆਂ ਦੀ ਤਰਨ ਡੈਥ ਵੀ ਹੋ ਗਈ। ਅਸੀਂ ਉਹਨਾਂ ਸਾਰਿਆਂ ਨੂੰ ਨੌਕਰੀਆਂ ਦਿੱਤੀਆਂ, ਉਹਨਾਂ ਸਾਰਿਆਂ ਨੂੰ ਕੰਪਨਸੇਸ਼ਨ ਦਿੱਤਾ। ਤੇ ਜੇ ਬਲੂ ਸਟਾਰ ਤੋਂ ਬਾਅਦ ਹੋਈ ਆ ਤੇ ਤਾਂ ਵੀ ਦੇਖ ਲਓ, ਚਾਹੇ ਜੋਧਪੁਰ ਦੇ ਨਜ਼ਰਬੰਦੀ ਸੀ ਅਤੇ ਆਦਿਕ ਹੋਰ ਵੀ ਜਿੰਨੇ ਸੀਗੇ, ਉਹਨਾਂ ਸਾਰਿਆਂ ਤੇ ਸ਼੍ਰੋਮਣੀ ਕਮੇਟੀ ਹਮੇਸ਼ਾ ਵਿਵਸਥਾ ਰਹੀ ਆ। ਇਹ ਰਾਜਨੀਤੀ ਨਹੀਂ, ਇਹ ਨਰੋਲ, ਕਿਉਂਕਿ ਸਾਰੇ ਸਿੱਖ ਪੰਥ ਦਾ ਦਰਦ ਆ ਵੀ 28 30 ਸਾਲ ਦੇ ਅੰਦਰ ਬੈਠੇ ਆ। ਇਹ ਬੇਇਨਸਾਫੀ ਕਿਉਂ? ਇਸੇ ਕਰਕੇ ਸਮੁੱਚਾ ਪੰਥ ਅੱਜ ਇਕੱਠਾ ਹੋਇਆ। ਕਾਨੂੰਨੀ ਲੜਾਈ ਨਹੀਂ ਜਿੱਤ ਸਕੇ ਆਪਾਂ, ਰਿਹਾ ਕਰਾਉਣ ਦੇ ਲਈ ਕਾਨੂੰਨੀ ਲੜਾਈ ਨਹੀਂ ਜਿੱਤ ਸਕੇ। ਇਸ ਲਈ ਸੰਘਰਸ਼ ਆਪਾਂ ਹੁਣ ਜਾ ਕੇ ਕਾਨੂੰਨੀ ਲੜਾਈ ਵੀ ਅਸੀਂ ਲੜ ਰਹੇ ਹਾਂ। ਹੁਣ ਤੱਕ ਨਹੀਂ ਨਾ ਜਾ ਸਕੇ। ਸਰਦਾਰ ਬਲਵੰਤ ਸਿੰਘ ਜੀ ਰਾਜੋਆਣਾ ਸੁਪਰੀਮ ਕੋਰਟ ਦੇ ਵਿੱਚ 30 ਅਪ੍ਰੈਲ ਨੂੰ ਡਾਇਰੈਕਸ਼ਨ ਦਿੱਤੀ ਆ ਵੀ ਵਿਦਿਨ 2 ਮੰਥ ਇਹਦਾ ਜਿਹੜਾ ਆ ਤੁਸੀਂ ਫੈਸਲਾ ਕਰੋ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪਟੀਸ਼ਨ ਮੈਂ ਆਪ ਪਾਉਣ ਪ੍ਰੈਜ਼ੀਡੈਂਟ ਆਫ ਇੰਡੀਆ ਕੋ ਗਿਆ। ਅਸੀਂ ਹਾਈ ਕੋਰਟ ਦੇ ਵਿੱਚ ਕੇਸ ਵੀ ਲਿਟੀਗੇਸ਼ਨ, ਉਹਨਾਂ ਦੀ ਵਾਈਫ ਪੈਰਵਾਈ ਕਰਦੀ ਸੀ, ਅਸੀਂ ਉਹਨਾਂ ਦੀ ਉੱਦਾਂ ਮਾਇਕ ਤੌਰ ਤੇ ਪੈਰਵਾਈ ਕਰਦੇ ਸੀਗੇ। ਅਸੀਂ ਹੁਣ ਕਾਨੂੰਨੀ ਪੱਖ ਵੀ ਉਹਦਾ ਵੀ ਬੂਹਾ ਖੜਕਾਵਾਂਗੇ ਜਾ ਕੇ, ਪਹਿਲਾਂ ਵੀ ਖੜਕਾ ਰਹੇ ਹਾਂ, ਹੁਣ ਇਕੱਤਰ ਹੋ ਕੇ ਸਾਰੇ ਇੱਕ ਸੁਰਤਾ ਦੇ ਨਾਲ ਕਰਾਂਗੇ। ਚਲੋ ਦੇਰ ਆਏ ਦਰੁਸਤ ਆਏ, ਜੇ ਲੇਟ ਵੀ ਆ ਗਿਆ ਤਾਂ ਕੋਈ ਨਹੀਂ, ਹੁਣ ਸ਼ੁਰੂ ਤਾਂ ਹੋ ਗਈ ਨਾ ਗੱਲ। ਪ੍ਰਧਾਨ ਜੀ, ਅੱਜ ਦੇ ਇਕੱਠ ਵਿੱਚ ਸਾਰੀਆਂ ਜਥੇਬੰਦੀਆਂ ਆਈਆਂ, ਪ੍ਰੈਸ ਨੂੰ ਇਦਾਂ ਹੀ ਬੈਨ ਲੱਗਿਆ ਰਹੂਗਾ ਜੀ? ਮੈਂ ਇੱਕ ਮੈਂ ਸਿਮਰਤਾ ਸਹਿਤ ਤੁਹਾਡਾ ਦਿਨਾ ਜਵਾਬ। ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖ ਪੰਥ ਦੀ ਵੱਡੀ ਸ਼ਖਸੀਅਤ ਆ, ਉਹਦਾ ਮੈਂ ਨਾਂ ਉਹਨਾਂ ਦਾ ਵਿਸਰ ਗਿਆ ਸੀਗਾ। ਉਹ ਚੇਚੇ ਤੌਰ ਤੇ ਆਪਣੇ ਵਿਊ ਆਪਣੀ ਪਾਰਟੀ ਸਮੇਤ ਆਏ ਸੀਗੇ। ਇਹ ਵੀ ਮੈਂ ਸਮਝਦਾ ਇੱਕ ਗੁੱਡ ਓਮਨ ਸੀਗਾ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪ ਵੀ ਮੈਂਬਰ ਰਹੇ ਆ, ਤੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਚੇਚੇ ਤੌਰ ਤੇ ਅੱਜ ਦੀ ਮੀਟਿੰਗ ਦੇ ਵਿੱਚ ਪਹੁੰਚੇ ਆ ਉਹ। ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ।
ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦਿੰਦਾ ਰਿਹਾ, ਇਹਨਾਂ ਦੀ ਗੱਲ ਅੱਗੇ ਵਧਾ ਰਿਹਾ ਜੀ, ਮੀਡੀਆ ਨੂੰ ਕਿਉਂ ਦੂਰ ਰੱਖਿਆ ਜਾਂਦਾ? ਦੇਖੋ ਅੱਜ ਦੇਖੋ ਬੇਨਤੀ ਇਹ ਸੀ ਤੁਹਾਡੇ ਕੋਲੋਂ ਪਹਿਲਾਂ ਤਾਂ ਮੈਂ ਖਿਮਾ ਚਾਹੁੰਦਾ ਤੁਹਾਡੇ ਰੂਬਰੂ ਇਦਾਂ ਹੀ ਹੁੰਦੇ ਸੀ ਇਹ ਇੰਜ ਕਰਕੇ, ਕਿਉਂਕਿ ਅੱਜ ਸਾਡਾ ਉੱਥੇ ਪਰਿਵਾਰ ਕਿਸੇ ਮਸਲਾ ਸੀ ਸਾਰਾ, ਤੇ ਜਿਹੜੇ ਉਹਦੀ ਕੋਈ ਕਲਿੱਪਸ ਲੈਣੀ ਹੋਊਗੀ ਸਾਨੂੰ ਉਹ ਵੀ ਦੇ ਦਿਆਂਗੇ, ਕੋਈ ਸਾਨੂੰ ਦਿੱਕਤ ਨਹੀਂ। ਇਹਦਾ ਮਤਲਬ ਅਸੀਂ 400 ਸਾਲਾ ਸ਼ਤਾਬਦੀ ਨਹੀਂ ਜੀ, 400 ਸਾਲਾ ਸ਼ਤਾਬਦੀ ਦਿਵਸ ਮਨਾਇਆ ਗਿਆ, ਤੁਸੀਂ ਬਹੁਤ ਵਧੀਆ ਸਮਾਰੋਹ ਕੀਤਾ, ਉਹਦੇ ਚ ਵੀ ਮੀਡੀਆ ਨੂੰ ਨਹੀਂ ਸੱਦਿਆ ਗਿਆ? ਨਹੀਂ ਮੀਡੀਆ ਨੂੰ ਇਦਾਂ ਨਹੀਂ, ਨਹੀਂ ਇਦਾਂ ਨਹੀਂਗਾ। ਪਹਿਲਾਂ ਵੀ ਸ਼ਤਾਬਦੀਆਂ ਮੈਂ ਤੁਹਾਨੂੰ ਨਿਮਰਤਾ ਸਹਿਤ ਤੁਹਾਨੂੰ ਮੈਂ ਬੇਨਤੀ ਕਰਾਂ, ਸਾਡਾ ਮੀਡੀਆ ਨਾਲ ਕੋਈ ਨਹੀਂ, ਮੀਡੀਆ ਤੋਂ ਬਗੈਰ ਸਾਡਾ ਨਹੀਂ ਸਰਦਾ, ਮੀਡੀਆ ਦਾ ਵੀ ਆਪਣਾ ਰੋਲ ਹੁੰਦਾ ਆ, ਪਰ ਜਿੱਥੇ ਸਾਨੂੰ ਲੱਗਦਾ ਆਪਣੇ ਤੌਰ ਤੇ ਪ੍ਰਬੰਧਾਂ ਕਰਕੇ ਉਹਦੇ ਵਿੱਚ ਕਿਤੇ ਕੋਈ ਮਾੜੀ ਮੋਟੀ ਜਿਹੜੀ ਸਾਨੂੰ ਕਰਨੀ ਪੈਂਦੀ ਆ ਪ੍ਰਬੰਧ ਕਰਕੇ ਉਹ ਕਰ ਲੈਂਦੇ ਅਸੀਂ। ਸੀਆਈਡੀ ਲਾਈ ਵੀ ਸਾਰੇ ਤੋਂ ਆਏ ਕਦੇ ਹਾਂਜੀ ਸੀਆਈਡੀ ਵਾਲੇ ਆਈਪੀ ਵਾਲੇ ਸਾਰੇ ਤੋਂ ਚਲੋ ਸੀਆਈਡੀ ਹੁਣ ਜੇ ਕੋਈ ਪਲੇਨ ਕੱਪੜਿਆਂ ਦੇ ਵਿੱਚ ਆ ਗਿਆ ਤਾਂ ਉਹਨੂੰ ਆਪਾਂ ਹੁਣ ਕੋਈ ਕੀ ਕਹਾਂਗੇ? ਘਰ ਦੀਆਂ ਗੱਲਾਂ ਸਾਰੀਆਂ ਦੱਸਦੇ ਸਾਨੂੰ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ